हेलो स्टूडेंट्स, हाउ आर यू। ਅੱਜ ਅਸੀਂ ਕਰਨ ਜਾ ਰਹੇ ਹਾਂ ਇੱਕ ਬਹੁਤ ਇੰਟਰਸਟਿੰਗ ਸਟੋਰੀ, ਦ क्रैक्ड ਪੋਟ। ਉਹ ਹਾਂਡੀ ਜੋ ਕ੍ਰੈਕ ਸੀ, ਉਹ ਗੜਵੀ ਜੋ ਕ੍ਰੈਕ ਸੀ। ਠੀਕ, ਸੋ ਹਮੇਸ਼ਾ ਦੀ ਤਰ੍ਹਾਂ ਲੈਸਨ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਕਰਾਂਗੇ ਐਕਟੀਵਿਟੀ ਫਰਸਟ। ਉਹਦੇ ਚ ਨਵੇਂ-ਨਵੇਂ ਵਰਡਸ, ਉਹਨਾਂ ਦੀ ਪ੍ਰੋਨਾਂਸੀਏਸ਼ਨ ਅਤੇ ਉਹਨਾਂ ਦੇ ਮੀਨਿੰਗ ਸਿੱਖਾਂਗੇ। ਫਰਸਟ, ਵਾਟਰ ਬੀਅਰਰ। ਵਾਟਰ ਬੀਅਰ ਦਾ ਮਤਲਬ ਹੁੰਦਾ ਮਾਸ਼ਕੀ। ਮਾਸ਼ਕੀ ਹੁੰਦਾ ਪਾਣੀ ਲੈ ਕੇ ਜਾਣ ਵਾਲਾ। ਠੀਕ, ਪੁਰਾਣੇ ਜ਼ਮਾਨੇ ਵਿੱਚ ਲੋਕਾਂ ਦੇ ਘਰੋਂ ਘਰੀ ਪਾਣੀ ਪਹੁੰਚਾਇਆ ਜਾਂਦਾ ਸੀ। ਉਹ ਖੂਹ ਤੋਂ ਜਾਂ ਨਹਿਰ ਤੋਂ ਪਾਣੀ ਭਰ ਕੇ ਲੈ ਕੇ ਆਉਂਦੇ ਸੀ ਤੇ ਲੋਕਾਂ ਦੇ ਘਰੋਂ ਘਰੀ ਪਹੁੰਚਾਉਂਦੇ ਸੀ। ਉਸ ਵਿਅਕਤੀ ਨੂੰ ਕਿਹਾ ਜਾਂਦਾ ਸੀ ਵਾਟਰ ਬੀਅਰਰ। ਓਕੇ, ਪਾਣੀ ਨੂੰ ਲੈ ਕੇ ਆਣ ਜਾਣ ਵਾਲਾ। ਸੈਕਿੰਡ, ਡਿਲੀਵਰਡ। ਡਿਲੀਵਰਡ ਹੁੰਦਾ ਪਹੁੰਚਾਇਆ, ਪਰਫੈਕਟ, ਪੂਰਨ। ਅਸ਼ੇਮਡ, ਸ਼ਰਮਸਾਰ ਹੋਇਆ। planted, ਉਗਾਇਆ। apologized, ਮਾਫੀ ਮੰਗੀ। next, let us read the story। ਆਓ ਹੁਣ ਕਹਾਣੀ ਪੜ੍ਹੀਏ। there was a water bearer in India। ਇੰਡੀਆ ਦੇ ਵਿੱਚ ਇੱਕ ਵਾਟਰ ਬੀਅਰਰ ਸੀ, ਇੱਕ ਮਾਸ਼ਕੀ ਸੀ ਜੋ ਕਿ ਪਾਣੀ ਲੈ ਕੇ ਆਂਦਾ ਜਾਂਦਾ ਸੀ। he had two large pots। ਉਸ ਕੋਲ ਦੋ ਵੱਡੀਆਂ ਹਾਂਡੀਆਂ ਸਨ। each pot hung on each end of a pole। ਹਰੇਕ ਹਾਂਡੀ ਨੂੰ ਲੱਕੜੀ ਦੇ ਦੋਨੋਂ ਸਿਰਿਆਂ ਤੇ ਬੰਨਿਆ ਹੋਇਆ ਸੀ। he carried these pots on his shoulders। ਉਹ ਇਹਨਾਂ ਹਾਂਡੀਆਂ ਨੂੰ ਆਪਣੇ ਮੋਢਿਆਂ ਤੇ ਰੱਖ ਕੇ ਲੈ ਜਾਂਦਾ। he delivered water to his master in these two pots। ਉਹ ਇਹਨਾਂ ਦੋ ਹਾਂਡੀਆਂ ਦੇ ਨਾਲ ਆਪਣੇ ਮਾਸਟਰ ਨੂੰ ਪਾਣੀ ਪਹੁੰਚਾਉਂਦਾ। one of the pots had a crack in it। ਉਹਨਾਂ ਵਿੱਚੋਂ ਇੱਕ ਪੋਟ ਦੇ ਕ੍ਰੈਕ ਆਈ ਹੋਈ ਸੀ, but the other pot was perfect। ਪਰ ਦੂਜੀ ਹਾਂਡੀ ਪਰਫੈਕਟ ਸੀ। the cracked pot was always half filled, but the other pot had full water at the end of the long walk from the river to his master's house। ਹੁਣ ਜਿਹੜੀ cracked pot ਸੀ, ਉਹਦੇ ਵਿੱਚੋਂ ਪਾਣੀ ਸਿਮ ਜਾਂਦਾ ਸੀ ਅਤੇ ਉਹ ਅੱਧੀ ਭਰੀ ਰਹਿ ਜਾਂਦੀ ਸੀ, ਅਤੇ ਦੂਸਰੀ ਪੂਰੀ ਭਰੀ ਰਹਿੰਦੀ ਸੀ ਜਦ ਤੱਕ ਕਿ ਉਹ ਨਦੀ ਤੋਂ ਆਪਣੇ ਮਾਸਟਰ ਦੇ ਘਰ ਤੱਕ ਪਹੁੰਚਦੇ ਸਨ। For 2 years this went on daily। 2 ਸਾਲ ਇਹ ਲਗਾਤਾਰ ਚੱਲਦਾ ਰਿਹਾ। The bearer delivered only 1.5 pots full of water to his master's house। ਉਹ ਮਾਸ਼ਕੀ ਇਹਨਾਂ 2 ਸਾਲਾਂ ਦੇ ਵਿੱਚ ਆਪਣੇ ਮਾਸਟਰ ਦੇ ਘਰ ਸਿਰਫ 1.5 ਹਾਂਡੀਆਂ ਹੀ ਪਾਣੀ ਦੀਆਂ ਲੈ ਕੇ ਜਾ ਪਾਂਦਾ। Of course the perfect pot was proud of itself। ਇਹ ਠੀਕ ਹੈ ਕਿ ਜਿਹੜੀ ਪੋਟ ਪਰਫੈਕਟ ਸੀ, ਪੂਰੀ ਸੀ, ਉਸ ਨੂੰ ਆਪਣੇ ਆਪ ਤੇ ਮਾਣ ਵੀ ਸੀ। It was perfect for what it was made। ਇਹ ਉਸ ਕੰਮ ਲਈ ਪਰਫੈਕਟ ਸੀ ਜਿਹੜੇ ਕੰਮ ਲਈ ਉਸ ਨੂੰ ਬਣਾਇਆ ਗਿਆ ਸੀ। but the poor cracked pot was ashamed of its crack। ਪਰ ਉਹ ਵਿਚਾਰੀ cracked pot ਜਿਹੜੀ ਸੀ, ਉਸ ਨੂੰ ਆਪਣੇ ਆਪ ਤੇ ਸ਼ਰਮ ਆਂਦੀ ਸੀ ਆਪਣੇ ਕ੍ਰੈਕ ਕਰਕੇ। it was sad that it could bring only half the water। ਇਹ ਉਸ ਲਈ ਬੜੇ ਦੁੱਖ ਦੀ ਗੱਲ ਸੀ ਕਿ ਉਹ ਸਿਰਫ ਅੱਧਾ ਪਾਣੀ ਹੀ ਲੈ ਕੇ ਜਾ ਪਾਂਦੀ ਸੀ। after 2 years 2 ਸਾਲ ਬਾਅਦ one day cracked pot spoke to the water bearer। ਉਸ ਤਰੇੜ ਆਈ ਹਾਂਡੀ ਨੇ ਉਸ ਮਾਸ਼ਕੀ ਨੂੰ ਕਿਹਾ, I am ashamed of myself। ਮੈਨੂੰ ਆਪਣੇ ਆਪ ਤੇ ਸ਼ਰਮ ਆਂਦੀ ਹੈ। and I want to say sorry to you। ਅਤੇ ਮੈਂ ਤੈਨੂੰ ਸੌਰੀ ਕਹਿਣਾ ਚਾਹੁੰਦੀ ਹਾਂ। the water bearer asked why। ਉਸ ਮਾਸ਼ਕੀ ਨੇ ਪੁੱਛਿਆ, ਕਿਉਂ? what are you ashamed of। ਤੂੰ ਕਿਸ ਗੱਲ ਲਈ ਸ਼ਰਮਸਾਰ ਹੈ? the pot replied। ਉਸ ਹਾਂਡੀ ਨੇ ਜਵਾਬ ਦਿੱਤਾ, for these past 2 years I delivered less water than the other pot because of this crack in my side। ਆਪਣੇ ਇਸ ਅੰਦਰਲੇ ਕ੍ਰੈਕ ਕਰਕੇ, ਜਿਹਦੇ ਕਰਕੇ ਮੈਂ ਪਿਛਲੇ 2 ਸਾਲਾਂ ਤੋਂ ਸਿਰਫ ਅੱਧੀ ਹਾਂਡੀ ਹੀ ਪਾਣੀ ਲੈ ਕੇ ਜਾ ਪਾ ਰਹੀ ਹਾਂ। my water leaks out all the way back to your master's house। ਮੇਰਾ ਪਾਣੀ ਤੇਰੇ ਮਾਸਟਰ ਦੇ ਘਰ ਜਾਂਦਿਆਂ ਲੀਕ ਕਰ ਜਾਂਦਾ ਹੈ। you don't get full value for your efforts because of my crack। ਤੈਨੂੰ ਮੇਰੇ ਕ੍ਰੈਕ ਕਰਕੇ ਆਪਣੀਆਂ ਕੋਸ਼ਿਸ਼ਾਂ ਦਾ ਪੂਰਾ ਮੁੱਲ ਨਹੀਂ ਮਿਲਦਾ। The water bearer felt sorry for the old cracked pot। ਮਾਸ਼ਕੀ ਨੇ ਉਸ ਵਿਚਾਰੀ cracked pot ਵਾਸਤੇ ਦੁੱਖ ਪ੍ਰਗਟ ਕੀਤਾ। He said to the pot। ਉਸਨੇ ਪੋਟ ਨੂੰ ਕਿਹਾ, today when we return to the master's house। ਅੱਜ ਜਦੋਂ ਅਸੀਂ ਮਾਸਟਰ ਦੇ ਘਰ ਵੱਲ ਮੁੜਦੇ ਹਾਂ, I want you to notice the beautiful flowers along the path। ਮੈਂ ਚਾਹੁੰਦਾ ਹਾਂ ਕਿ ਤੂੰ ਦੇਖੇਂ ਰਸਤੇ ਵਿੱਚ ਆਏ ਉਹਨਾਂ ਸੋਹਣੇ ਫੁੱਲਾਂ ਨੂੰ। as they returned from the
river ਤੇ ਜਿਵੇਂ ਹੀ ਉਹ ਉਸ ਨਦੀ ਤੋਂ ਵਾਪਸ ਮੁੜੇ the cracked pot took notice of the sun warming the beautiful wild flowers on his side of the path। ਤਾਂ ਉਸ cracked pot ਨੇ ਆਪਣੇ ਰਸਤੇ ਵੱਲ ਉੱਗੇ ਉਹਨਾਂ ਜੰਗਲੀ ਖੂਬਸੂਰਤ ਫੁੱਲਾਂ ਨੂੰ ਸੂਰਜ ਦੀ ਨਿੱਕੀ ਧੁੱਪ ਵਿੱਚ ਦੇਖਿਆ। it was happy to see the beautiful flowers। ਉਹ ਫਲਾਵਰ ਨੂੰ ਦੇਖ ਕੇ ਬਹੁਤ ਖੁਸ਼ ਹੋਈ but at the end of the path ਪਰ ਪਾਥ ਦੇ ਅਖੀਰ ਵਿੱਚ it still felt bad because it had again leaked out half the water। ਪਰ ਉਹ ਦੁਬਾਰਾ ਫਿਰ ਉਦਾਸ ਹੋ ਗਈ ਜਦੋਂ ਉਸਨੇ ਦੇਖਿਆ ਕਿ ਉਸ ਦੀ ਹਾਂਡੀ ਵਿੱਚੋਂ ਅੱਧਾ ਪਾਣੀ ਫਿਰ ਲੀਕ ਕਰ ਗਿਆ ਹੈ। It apologized to the water bearer for its fault। ਇਸ ਨੇ ਉਸ ਮਾਸ਼ਕੀ ਕੋਲੋਂ ਆਪਣੇ ਇਸ ਕਸੂਰ ਦੀ ਮਾਫੀ ਮੰਗੀ। The bearer said to the pot ਤਾਂ ਉਸ ਪਾਣੀ ਲਿਜਾਣ ਵਾਲੇ ਨੇ ਪੋਟ ਨੂੰ ਕਿਹਾ Did you notice ਕੀ ਤੂੰ ਧਿਆਨ ਦਿੱਤਾ that there were flowers only on your side of the path ਕਿ ਜਿਹੜੇ ਫਲਾਵਰਸ ਹਨ ਉਹ ਸਿਰਫ ਤੇਰੇ ਪਾਸੇ ਵਾਲੇ ਰਸਤੇ ਵਿੱਚ ਹੀ ਸਨ। There were no flowers on the other port side ਦੂਜੀ ਪੋਟ ਦੇ ਪਾਸੇ ਕੋਈ ਵੀ ਫੁੱਲ ਨਹੀਂ ਸਨ। I knew about your crack ਮੈਨੂੰ ਤੇਰੇ ਕ੍ਰੈਕ ਬਾਰੇ ਪਤਾ ਹੈ। I planted flower seeds on your side of the path and every day while we walked back from the river the leaked water fell on them। ਤੇ ਮੈਂ ਤੇਰੀ ਸਾਈਡ ਹੀ ਇਹਨਾਂ ਫੁੱਲਾਂ ਦੇ ਬੀਜ ਬੋ ਦਿੱਤੇ ਸਨ ਤੇ ਜਦੋਂ ਅਸੀਂ ਰਿਵਰ ਤੋਂ ਵਾਪਸ ਆਪਣੇ ਮਾਸਟਰ ਦੇ ਵੱਲ ਘਰ ਜਾਂਦੇ ਹਾਂ ਤੇ ਤੇਰੀ ਹਾਂਡੀ ਦੇ ਨਾਲ ਉਹਨਾਂ ਨੂੰ ਪਾਣੀ ਮਿਲਦਾ ਜਾਂਦਾ ਹੈ। Without you being just the way you are we would not have seen these beautiful flowers। ਤੇਰੇ ਤੋਂ ਬਿਨਾ ਤੂੰ ਜਿੱਦਾਂ ਦੀ ਵੀ ਹੈ ਅਸੀਂ ਇਹਨਾਂ ਸੋਹਣੇ ਫੁੱਲਾਂ ਦੀ ਕਾਮਨਾ ਵੀ ਨਹੀਂ ਕਰ ਸਕਦੇ ਸੀ ਇਹਨਾਂ ਬਾਰੇ ਸੋਚ ਵੀ ਨਹੀਂ ਸਕਦੇ ਸੀ। ਸੋ ਦੇਖੋ ਕਿੰਨਾ ਅੱਛਾ ਮੈਸੇਜ ਇਸ ਲੈਸਨ ਵਿੱਚ ਸਾਨੂੰ ਮਿਲਦਾ ਹੈ ਕਿ ਸਾਨੂੰ ਆਪਣੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਦੀਆਂ ਕਮੀਆਂ ਨਹੀਂ ਦੇਖਣੀਆਂ ਚਾਹੀਦੀਆਂ ਸਾਨੂੰ ਉਹਨਾਂ ਦੇ ਗੁਣ ਦੇਖਣੇ ਚਾਹੀਦੇ ਹਨ। ਸਾਨੂੰ ਉਹਨਾਂ ਵਿੱਚ ਜੋ ਚੰਗਾ ਹੈ ਅਸੀਂ ਉਹਨੂੰ ਆਪਣੀ ਲਾਈਫ ਵਿੱਚ ਕਿੱਦਾਂ ਧਾਰਨ ਕਰ ਸਕਦੇ ਹਾਂ ਤੇ ਉਹਨਾਂ ਦਾ ਚੰਗਾਪਨ ਆਪਣੇ ਲਈ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹਾਂ ਤੇ ਆਪਣੇ ਸਮਾਜ ਲਈ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹਾਂ ਇਹ ਧਿਆਨ ਦੇਣਾ ਚਾਹੀਦਾ ਹੈ। ਨਾ ਕਿ ਦੂਜਿਆਂ ਨੂੰ ਕਹੀ ਜਾਣਾ ਕਿ ਤੇਰੇ 'ਚ ਇਹ ਔਗਣ ਹਨ ਤੂੰ ਬੜਾ ਗੰਦਾ ਹੈ ਤੂੰ ਆਪਣੀਆਂ ਗਲਤੀਆਂ ਸੁਧਾਰ। ਉਸ ਦੀ ਬਜਾਏ ਸਾਨੂੰ ਉਹਨਾਂ ਦੀਆਂ ਚੰਗੀਆਂ ਗੱਲਾਂ ਨੂੰ ਉਜਾਗਰ ਕਰਨਾ ਚਾਹੀਦਾ ਹੈ ਤਾਂ ਕਿ ਉਹਨਾਂ ਦੀਆਂ ਚੰਗੀਆਂ ਗੱਲਾਂ ਜ਼ਿਆਦਾ ਦਿਸਣ ਤੇ ਉਹ ਵੀ ਆਪਣੀਆਂ ਚੰਗੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਦੇਣ ਅਤੇ ਇਸ ਤਰ੍ਹਾਂ ਬੁਰਾਈ ਖਤਮ ਕੀਤੀ ਜਾ ਸਕਦੀ ਹੈ। ਸੋ ਮੈਨੂੰ ਤਾਂ ਇਹ ਲੈਸਨ ਪੜ੍ਹ ਕੇ ਬਹੁਤ ਸਵਾਦ ਆਇਆ। ਹੋਪ ਤੁਹਾਨੂੰ ਵੀ ਮਜ਼ਾ ਆਇਆ ਹੋਵੇਗਾ ਤੇ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਹੋਪ ਇਹ ਵੀਡੀਓ ਵੀ ਤੁਹਾਡੇ ਲਈ ਬਹੁਤ ਹੈਲਪਫੁਲ ਰਹਿੰਦੀ ਹੋਵੇਗੀ। The exercise part of the cracked pot, okay, that was a very beautiful story and I enjoyed that story a lot। So let's start post reading। So in post reading we will start from activity 2 vocabulary expansion। Look at the words given below। ਹੇਠਾਂ ਦਿੱਤੇ ਸ਼ਬਦਾਂ ਨੂੰ ਦੇਖੋ। Write as many words ਵੱਧ ਤੋਂ ਵੱਧ ਸ਼ਬਦ ਲਿਖੋ as you can think ਜਿन्हें ਤੁਸੀਂ ਸੋਚ ਸਕਦੇ ਹੋ of that may be related to the given words। ਉਹ words ਹੋ ਸਕਦਾ ਹੈ ਇਹ ਨੀਚੇ ਦਿੱਤੇ ਹੋਏ ਵਰਡਸ ਦੇ ਨਾਲ ਰਿਲੇਟ ਕਰਨ। ਐਗਜ਼ਾਮਪਲਸ ਕੀ ਹੈ ਫਲਾਵਰਸ। ਹੁਣ ਫਲਾਵਰਸ ਬਾਰੇ ਕੀ ਲਿਖ ਸਕਦੇ ਹੋ ਉਹਨਾਂ ਦਾ ਕਲਰ ਲਿਖ ਸਕਦੇ ਹੋ ਯੈਲੋ ਓਕੇ ਕੋਈ ਵੀ ਕਲਰ ਲਿਖ ਸਕਦੇ ਹੋ। ਬਿਊਟੀਫੁਲ ਹੁੰਦੇ ਆ ਉਹਨਾਂ ਦੇ ਨਾਲ ਕੀ ਜੁੜਿਆ ਹੈ ਸਮੈਲ ਲਵਲੀ ਸੌਫਟ ਹੁੰਦੇ ਨੇ ਬੜੇ ਪ੍ਰੀਟੀ ਹੁੰਦੇ ਨੇ ਖੂਬਸੂਰਤ ਬੰਚ ਠੀਕ ਹੈ ਉਹਨਾਂ ਦਾ ਗੁੱਛਾ ਬੁਕੇ ਇਹਨੂੰ ਬੁਕੇਟ ਨਹੀਂ ਕਹਿਣਾ ਠੀਕ ਹੈ ਟੀ ਸਾਇਲੈਂਟ ਹੈ ਬੁਕੇ ਐਟਸੈਟਰਾ ਐਟਸੈਟਰਾ ਇਹਨੂੰ ਐਕਸੈਟਰਾ ਨਹੀਂ ਬੋਲਣਾ ਇਹਦੀ ਸਹੀ ਪ੍ਰੋਨਾਂਸੀਏਸ਼ਨ ਹੈ ਐਟਸੈਟਰਾ ਠੀਕ ਹੈ ETCETERA ਐਟਸੈਟਰਾ ਯਾਨੀ ਆਦ। ਨੈਕਸਟ ਹੁਣ ਅਗਲਾ ਵਰਡ ਕੀ ਹੈ ਕ੍ਰੈਕ। ਹੁਣ ਕ੍ਰੈਕ ਨੂੰ ਲੈ ਕੇ ਜੋ ਜੋ ਵਰਡਸ ਤੁਹਾਡੇ ਦਿਮਾਗ ਵਿੱਚ ਆਉਂਦੇ ਹਨ ਤੁਸੀਂ ਲਿਖ ਸਕਦੇ ਹੋ। ਸੋ ਪਹਿਲਾ ਕੀ ਹੈ ਬ੍ਰੋਕਨ ਬ੍ਰੋਕਨ ਕੀ ਹੁੰਦਾ ਟੁੱਟਿਆ ਹੋਇਆ ਡੈਮੇਜਡ ਨੁਕਸਾਨਿਆ ਹੋਇਆ ਲੀਕ ਉਹਦੇ ਵਿੱਚੋਂ ਪਾਣੀ ਸਿਮਦਾ ਠੀਕ ਹੈ ਲੀਕ ਹੋ ਗਿਆ ਵੀਕ ਕਮਜ਼ੋਰ ਜਿਹਦੇ ਚ ਕ੍ਰੈਕ ਆ ਜਾਏ ਉਹ ਚੀਜ਼ ਕਮਜ਼ੋਰ ਹੋ ਜਾਂਦੀ ਹੈ ਠੀਕ ਅਨਸੇਫ ਅਸੁਰੱਖਿਅਤ ਠੀਕ ਹੈ। ਨੈਕਸਟ ਪਲਾਂਟਡ ਹੁਣ ਪਲਾਂਟਡ ਕੀ ਹੁੰਦਾ ਕੋਈ ਚੀਜ਼ ਬੋਣੀ ਠੀਕ ਹੈ ਜਿੱਦਾਂ ਆਪਾਂ ਬੀਜ ਬੋ ਦਿੰਨੇ ਆ ਠੀਕ ਹੈ ਪਲਾਂਟ ਕਰ ਦਿੰਨੇ ਆ ਠੀਕ ਹੈ। ਹੁਣ ਪਲਾਂਟਡ ਦੇ ਨਾਲ ਕਿੰਨੀਆਂ ਚੀਜ਼ਾਂ ਆ ਗਈਆਂ ਸੀਡਸ ਆ ਗਏ ਬੀਜ ਪਲਾਂਟਸ ਆ ਗਏ ਕ੍ਰੋਪਸ ਹੋਰ ਪਲਾਂਟਡ ਦੇ ਨਾਲ ਕਿਹੜੀਆਂ ਚੀਜ਼ਾਂ ਇਰੀਗੇਸ਼ਨ ਸਿੰਜਾਈ ਠੀਕ ਹੈ ਫੀਲਡਸ ਖੇਤ ਫਾਰਮਰ ਕਿਸਾਨ ਗਾਰਡਨਰ ਮਾਲੀ ਠੀਕ। ਸੋ ਨੈਕਸਟ ਹੈ ਸੀਡਸ ਯਾਨੀ ਬੀਜ ਸੀਡਸ ਦੇ ਨਾਲ ਵੀ ਇਹੀ ਚੀਜ਼ਾਂ ਆ ਸਕਦੀਆਂ ਹਨ ਫਾਰਮਰ ਆ ਸਕਦਾ ਹੈ ਫੀਲਡ ਆ ਸਕਦੀ ਹੈ ਲੈਂਡ ਪਲਾਂਟਸ ਓਕੇ ਕ੍ਰੋਪਸ। ਨੈਕਸਟ ਰਿਵਰ ਰਿਵਰ ਨੂੰ ਆਪਾਂ ਕਹਿੰਦੇ ਹਾਂ ਕੈਨਾਲ ਸਟਰੀਮ ਸਟਰੀਮ ਵੀ ਕੀ ਹੁੰਦੀ ਹੈ ਨਦੀ ਵਾਟਰ
ਕਰੰਟ, ਕਰੰਟ ਦਾ ਮਤਲਬ ਉਹ ਕਰੰਟ ਨਹੀਂ, ਕਰੰਟ ਦਾ ਮਤਲਬ ਹੁੰਦੀ ਧਾਰਾ, ਠੀਕ ਹੈ। ਹੋਰ ਕਿਹੜੇ ਵਰਡਸ ਦੱਸਦੇ, ਡੀਪ ਡੂੰਗੀ, ਸ਼ੈਲੋ ਉਥਲੀ ਜਿਹੜੀ ਜ਼ਿਆਦਾ ਡੂੰਗੀ ਨਾ ਹੋਵੇ, ਠੀਕ ਹੈ। ਨੈਕਸਟ ਪੋਟ, ਕ੍ਰੈਕਡ, ਠੀਕ ਹੈ। ਸਮॉल, ਬਿਗ, ਅਰਥਨ ਪੋਟ, ਠੀਕ ਹੈ। ਅਰਥਨ ਪੋਟ ਹੁੰਦੀ ਹੈ ਮਿੱਟੀ ਦਾ ਕਟੋਰਾ। ਨੈਕਸਟ ਹਾਊਸ, ਬਿਗ ਹਾਊਸ, ਸਮॉल ਹਾਊਸ, bricked house, villa, flat. Okay, next activity third, read the story and answer the following questions. ਹੁਣ ਆਪਾਂ ਨੀਚੇ ਵਾਲੇ questions ਦੇ ਜਵਾਬ ਦੇਣੇ ਆ। First, how many pots did the water bearer have? The water bearer had 2 pots. Second, how did he carry the pots? He carried the pots on his shoulders. Third, where did he live? ਉਹ ਕਿੱਥੇ ਰਹਿੰਦਾ ਸੀ? He lived in India. Next, what did he do with the pots? ਉਹ pots ਦੇ ਨਾਲ ਕੀ ਕਰਦਾ ਸੀ? He delivered water to his master in these 2 pots. Fifth, what problem did one of the pots have? One of the pots had a crack. Activity 4, read the story and fill in the blanks in the passage given below. ਹੁਣ ਆਪਾਂ fill in the blanks ਕਰਦੇ ਹਾਂ। First, one of the pots had a crack in it, but the other pot was perfect. The cracked pot was half filled, but the other pot had full water. When the water bearer reached his master's house, for 2 years this went on daily. The bearer delivered only 1.5 pots full of water to his master's house. Of course, the perfect pot was proud of itself. It was perfect for what it was made, but the poor cracked pot was ashamed of its crack. Activity 5th, who said to whom? ਹੁਣ ਇਹ ਵਾਲੀਆਂ statements ਕਿੰਨੇ ਕਿਸ ਨੂੰ ਕਹੀਆਂ? For these past 2 years I delivered less water than the other pot because of this crack in my side. ਕਿੰਨੇ ਕਿਹਾ ਸੀ? pot ਨੇ। ਕਿਹਨੂੰ ਕਿਹਾ ਸੀ? water bearer ਨੂੰ। ਸੋ ਕੀ ਇਹਦਾ ਜਵਾਬ ਆਏਗਾ? pot to water bearer. Second, my water leaks out all the way back to your master's house. Cracked pot to water bearer. Third, you don't get full value of your efforts because of my crack. Cracked pot to water bearer. Fourth, today when we return to the master's house, I want you to notice the beautiful flowers along the path. Water bearer to the cracked pot. Fifth, did you notice that there were flowers only on your side of the path? Water bearer to the cracked pot. Activity 6, select the right option from the 3 given. नीचे sentences ਦਿੱਤੇ ਹੋਏ ਨੇ, 3 options ਨੇ, ਉਹਨਾਂ ਵਿੱਚ ਆਪਾਂ right pick ਕਰਨੀ ਹੈ। First, the water bearer had 1 perfect pot. Second, the water bearer knew about the crack in the pot. Third, the cracked pot took notice of beautiful flowers on their return from the river. Fourth, the water bearer had planted flower seeds on one side of the path. The pot apologized to the water bearer for its fault. Next, tenses. The verb in sentence shows time or state of action. ਹੁਣ tense ਕਿਹਨੂੰ ਕਹਿੰਦੇ ਹਨ? ਜਿਹੜੇ ਵੀ ਇੱਕ sentence ਦੇ ਵਿੱਚ ਕੋਈ ਕੰਮ ਹੁੰਦਾ ਦੱਸਣ ਤੇ ਉਹ ਕੰਮ ਕਿਹੜੇ ਸਮੇਂ ਹੋ ਰਿਹਾ ਹੈ, ਇਸ ਬਾਰੇ ਜਾਣਕਾਰੀ ਦੇਣ, ਉਹਨੂੰ ਆਪਾਂ ਕੀ ਕਹਿੰਦੇ ਆ? tense. That is the time when the action takes place or whether the action is habitual, has been completed or is in progress. ਉਹ ਇਸ ਤਰ੍ਹਾਂ ਕਿ ਜਦੋਂ ਦੱਸਣਾ ਹੋਵੇ ਕਿ ਉਹ action ਕਦੋਂ ਵਾਪਰ ਹੈ, ਕਿ ਉਹ ਰੋਜ਼ ਵਾਪਰਦਾ ਹੈ, ਕਿ ਉਹ ਵਾਪਰ ਚੁੱਕਾ ਹੈ ਜਾਂ ਉਹ ਵਾਪਰ ਰਿਹਾ ਹੈ। ਹੁਣ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ present tense to show actions happening in the present time and their state. present tense ਕੀ ਦਰਸਾਉਂਦਾ ਹੈ? ਇਹ ਦੱਸਦਾ ਹੈ ਕਿ ਕੰਮ ਇਸ ਸਮੇਂ ਹੁੰਦਾ ਪਿਆ ਹੈ ਤੇ ਉਸ ਦੀ ਇਹ ਸਥਿਤੀ ਹੈ। Examples, she writes letters. ਉਹ ਚਿੱਠੀਆਂ ਲਿਖਦੀ ਹੈ। She is writing letters. ਉਹ ਚਿੱਠੀਆਂ ਲਿਖ ਰਹੀ ਹੈ। She has written letters. ਉਹ ਚਿੱਠੀਆਂ ਲਿਖ ਚੁੱਕੀ ਹੈ। She has been writing letters. ਉਹ ਇੰਨੇ ਸਮੇਂ ਤੋਂ ਚਿੱਠੀਆਂ ਲਿਖ ਰਹੀ ਹੈ। In all the sentences, the verb form is in the present tense. ਇਸ ਸਾਰੇ sentence ਵਿੱਚ verb ਦੀ ਜਿਹੜੀ
ਫਾਰਮ ਹੈ, ਵਰਬ ਦੀ ਕਿਸਮ ਹੈ, ਉਹ ਕਿਹੜੀ ਹੈ? ਪ੍ਰੈਜ਼ੈਂਟ। ਓਕੇ, ਸੋ ਪ੍ਰੈਜ਼ੈਂਟ ਟੈਂਸ ਕੀ ਹੈ? ਇਨ ਇੰਗਲਿਸ਼ ਗ੍ਰਾਮਰ ਦ ਸਿੰਪਲ ਪ੍ਰੈਜ਼ੈਂਟ ਟੈਂਸ ਇਜ਼ ਯੂਜ਼ਡ ਫॉर द ਫੋਲੋਇੰਗ 4 ਜਨਰਲ ਸਿਚੁਏਸ਼ਨਸ। ਇੰਗਲਿਸ਼ ਦੀ ਵਿਆਕਰਣ ਦੇ ਵਿੱਚ ਪ੍ਰੈਜ਼ੈਂਟ ਟੈਂਸ ਆਮ ਕਰਕੇ ਇਹਨਾਂ ਸਧਾਰਨ ਹਾਲਤਾਂ ਵਿੱਚ ਵਰਤਿਆ ਜਾਂਦਾ ਹੈ। ਪਹਿਲਾ, ਟੂ ਸੇ ਫੈਕਟਸ, ਜੇ ਕੋਈ ਤੱਥ ਦੱਸਣੇ ਹੋਣ, ਜਨਰਲ ਸਟੇਟਮੈਂਟਸ ਆਫ ਟਰੂਥ, ਜੇ ਕੋਈ ਸੱਚਾਈ ਦੀਆਂ ਆਮ ਧਾਰਨਾਵਾਂ ਦੱਸਣੀਆਂ ਹੋਣ, ਐਂਡ ਕਾਮਨ ਸੈਂਸ ਆਈਡੀਆਜ਼, ਅਤੇ ਆਮ ਗਿਆਨ ਦੇ ਕੋਈ ਆਈਡੀਆਜ਼ ਬਾਰੇ ਦੱਸਣਾ ਹੋਵੇ, that everybody knows, ਜਿਨ੍ਹਾਂ ਨੂੰ ਸਾਰੇ ਜਾਣਦੇ ਹੋਣ। ਸੋ ਦੂਜਾ ਪੁਆਇੰਟ ਕੀ ਹੈ? ਕਿੱਥੇ ਵਰਤਿਆ ਜਾਂਦਾ ਹੈ ਪ੍ਰੈਜ਼ੈਂਟ ਟੈਂਸ? ਟੂ ਸਟੇਟ ਹੈਬਿਟਸ। ਸਟੇਟ ਹੁੰਦਾ ਕਹਿਣਾ, ਹੈਬਿਟਸ ਬਾਰੇ ਕੋਈ ਗੱਲ ਕਹਿਣੀ ਹੋਵੇ, ਕਿਸੇ ਦੀ ਆਦਤ ਬਾਰੇ ਗੱਲ ਕਹਿਣੀ ਹੋਵੇ, ਕਸਟਮਸ ਰੀਤੀ ਰਿਵਾਜ ਪ੍ਰਥਾਵਾਂ ਬਾਰੇ ਕੋਈ ਗੱਲ ਕਰਨੀ ਹੋਵੇ, ਐਂਡ ਇਵੈਂਟਸ ਅਤੇ ਕਿਸੇ ਇਵੈਂਟ ਬਾਰੇ ਗੱਲ ਕਰਨੀ ਹੋਵੇ, that happen from time to time, ਜਿਹੜੇ ਸਮੇਂ-ਸਮੇਂ ਸਿਰ ਵਾਪਰਦੀਆਂ ਹੋਣ। ਥਰਡ, ਟੂ ਡਿਸਕ੍ਰਾਈਬ ਫਿਊਚਰ ਪਲਾਨਸ ਐਂਡ ਇਵੈਂਟਸ, ਇਹ ਦੱਸਣਾ ਹੋਵੇ ਕਿ ਸਾਡੇ ਫਿਊਚਰ ਵਿੱਚ ਕੀ ਪਲਾਨਸ ਹਨ ਅਤੇ ਇਵੈਂਟਸ ਕਿਹੜੇ-ਕਿਹੜੇ ਹਨ, ਉਦੋਂ ਵੀ ਅਸੀਂ ਪ੍ਰੈਜ਼ੈਂਟ ਟੈਂਸ ਦੀ ਵਰਤੋਂ ਕਰਦੇ ਹਾਂ। ਫੋਰਥ, ਟੂ ਟੈਲ ਜੋਕਸ, ਜੋਕ ਸੁਣਾਉਣ ਵੇਲੇ ਵੀ, ਸਟੋਰੀ ਸੁਣਾਉਣ ਵੇਲੇ ਵੀ ਵਰਤ ਲੈਂਦੇ ਆ, ਐਂਡ ਰਿਲੇਟ ਸਪੋਰਟਿੰਗ ਇਵੈਂਟਸ ਇਨ ਰੀਅਲ ਟਾਈਮ, ਅਤੇ ਕਿਸੇ ਵੀ ਦੇਖੀ ਜਾਣ ਵਾਲੀ ਘਟਨਾ ਨੂੰ ਜਦੋਂ ਅਸੀਂ ਵਰਣਨ ਕਰਦੇ ਹਾਂ, ਉਹਦਾ ਕੋਈ ਦ੍ਰਿਸ਼ਟਾਂਤ ਦਿੰਦੇ ਹਾਂ ਅੱਜ ਕੱਲ੍ਹ ਵਿੱਚ ਹੋਣ ਵਾਲੀ ਕੋਈ ਚੀਜ਼ ਦਾ, ਉਦੋਂ ਵੀ ਅਸੀਂ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਵਰਤ ਲੈਂਦੇ ਹਾਂ। ਵੀ ਯੂਜ਼ V1, ਅਸੀਂ ਵਰਬ ਦੀ ਪਹਿਲੀ ਫਾਰਮ ਵਰਤਦੇ ਹਾਂ ਫॉर I, you ਐਂਡ ਅ ਪਲੂਰਲ ਸਬਜੈਕਟ। I, you ਅਤੇ ਜ਼ਿਆਦਾ ਜਣਿਆਂ ਦੇ ਨਾਲ ਅਸੀਂ ਵਰਬ ਦੀ ਫਰਸਟ ਫਾਰਮ ਹੀ ਵਰਤਦੇ ਹਾਂ, ਜਿੱਦਾਂ you pray to God daily, ਤੂੰ ਰੱਬ ਅੱਗੇ ਰੋਜ਼ ਅਰਦਾਸ ਕਰਦਾ ਹੈ। ਸੈਕਿੰਡ, they buy milk from this dairy, ਉਹ ਇਸ ਡੇਅਰੀ ਤੋਂ ਰੋਜ਼ ਮਿਲਕ ਖਰੀਦਦੇ ਹਨ। ਨੈਕਸਟ, we use V1 plus SES for a singular subject, ਅਸੀਂ ਵਰਬ ਦੀ ਫਰਸਟ ਫਾਰਮ S ਜਾਂ ES ਦੀ ਵਰਤੋਂ ਕਰਦੇ ਹਾਂ ਜਦੋਂ ਸਬਜੈਕਟ ਇੱਕ ਵਚਨ ਹੋਵੇ, ਜਦੋਂ ਸੈਂਟੈਂਸ ਵਿੱਚ ਕੰਮ ਕਰਨ ਵਾਲਾ ਵਿਅਕਤੀ ਇਕੱਲਾ ਹੋਵੇ, ਜਿੱਦਾਂ she speaks the truth। ਹੁਣ she ਕੀ ਹੈ? ਇਕੱਲੀ, ਥਰਡ ਪਰਸਨ ਹੈ, ਮੈਂ ਵੀ ਨਹੀਂ ਆ, ਤੂੰ ਵੀ ਨਹੀਂ ਆ, ਯਾਨੀ I ਵੀ ਨਹੀਂ ਹੈ ਤੇ you ਵੀ ਹੈ, she ਹੈ ਥਰਡ ਪਰਸਨ, ਉਹਦੇ ਨਾਲ ਅਸੀਂ ਕੀ ਲਗਾਵਾਂਗੇ? ਵਰਬ ਦੀ ਫਰਸਟ ਫਾਰਮ ਪਲੱਸ S ਜਾਂ ES, she speaks the truth। ਸੈਕਿੰਡ, ਮੀਨਾ, ਓਕੇ, ਨਾ I ਤੇ ਨਾ you, ਮੀਨਾ cooks delicious food, ਮੀਨਾ ਸਵਾਦਿਸ਼ਟ ਖਾਣਾ ਬਣਾਉਂਦੀ ਹੈ। ਓਕੇ, ਨੈਕਸਟ, fill in the blanks with the simple present tense। ਹੁਣ ਆਪਣੇ ਆਪ ਅਸੀਂ ਇਹ ਬਲੈਂਕਸ ਫਿਲ ਕਰਦੇ ਹਾਂ। ਫਰਸਟ, I like, ਹੁਣ ਇੱਥੇ likes ਕਿਉਂ ਨਹੀਂ ਆਇਆ? ਕਿਉਂਕਿ I, you ਤੇ ਜ਼ਿਆਦਾ ਜਣਿਆਂ ਦੇ ਨਾਲ SES ਨਹੀਂ ਲੱਗਦਾ ਵਰਬ ਦੀ ਫਰਸਟ ਫਾਰਮ ਦੇ ਨਾਲ, ਸੋ likes ਨਹੀਂ ਆਏਗਾ। likes ਹਮੇਸ਼ਾ ਤੀਜੇ ਬੰਦੇ ਨਾਲ ਲੱਗੇਗਾ, ਜਿਹੜਾ ਕਿ ਮੈਂ ਵੀ ਨਹੀਂ ਆ, ਜਿਹੜਾ ਕਿ ਤੂੰ ਵੀ ਨਹੀਂ ਆ, ਉਹ ਹੈ ਤੀਸਰਾ ਬੰਦਾ। ਠੀਕ, ਸੋ ਇਹਦਾ ਕੀ ਆਏਗਾ? I like bread। ਸੈਕਿੰਡ, we ਜ਼ਿਆਦਾ ਜਣੇ do our duty। ਰਾਹੁਲ ਤੀਸਰਾ ਬੰਦਾ speaks the truth। the sun ਤੀਸਰਾ ਵਿਅਕਤੀ, ਠੀਕ ਹੈ, rises in the east। Activity 7, write in the given space that you usually do every morning and evening, start your sentences with I। ਹੁਣ ਤੁਸੀਂ ਉਹ ਗੱਲਾਂ ਲਿਖਣੀਆਂ ਜੋ ਤੁਸੀਂ ਰੋਜ਼ ਸਵੇਰੇ ਕਰਦੇ ਹੋ। Morning time start ਕਿਵੇਂ ਕੀਤਾ? I get up at 6 o'clock every morning, ਮੈਂ ਹਰ ਸਵੇਰ 6 ਵਜੇ ਉੱਠਦਾ ਹਾਂ। ਫਿਰ ਕੀ ਕਰਦੇ ਹੋ? I go for a morning walk every morning, I take my bath every morning, I have my breakfast every morning, I get ready for the school every morning, I pray to God every morning। ठीक, ਹੁਣ evening ਵਿੱਚ ਕੀ ਕਰਦੇ ਹਾਂ? I play cricket every evening। Okay, ਮੈਂ ਹਰ ਸ਼ਾਮ ਕ੍ਰਿਕਟ ਖੇਡਦਾ ਹਾਂ। I do my homework every evening, I watch television every evening, I go to the temple every evening, I read English books every evening, I speak English every evening। Activity 8, fill in the blanks with the correct form of the verb present simple। Okay, ਸੋ ਆਪਾਂ ਦੇਖਣਾ ਜਦੋਂ ਥਰਡ ਪਰਸਨ ਹੋਵੇ ਉਹਦੇ ਨਾਲ ਅਸੀਂ S ਜਾਂ ES ਲਗਾ ਦੇਣਾ, ਤੇ ਜੇ ਥਰਡ ਪਰਸਨ ਨਹੀਂ ਹੈ ਤੇ ਆਪਾਂ SES ਨਹੀਂ ਲਗਾਵਾਂਗੇ ਵਰਬ ਦੀ ਫਰਸਟ ਫਾਰਮ ਦੇ ਨਾਲ। ਸਟਾਰਟ, she reads the newspaper every day, we come to school by bus, you work very hard, she likes
sitting in the sun. We play in the park every day. Neelam and I always try to arrive in time. Sanjeev always walks to school. The dog chases the cat all around the house. Chase ਹੁੰਦਾ ਪਿੱਛਾ ਕਰਨਾ. We eat together every day. Raja speaks several foreign languages. On learning to write, ਆਪਾਂ ਇੱਕ ਐਪਲੀਕੇਸ਼ਨ ਰਾਈਟ ਕਰਨੀ ਸਿੱਖਾਂਗੇ। ਉਹ ਕਿਹੜੀ ਹੈ? ਸਿਕ ਲੀਵ, ਜੋ ਕਿ ਆਪਾਂ ਲਾਸਟ ਕਲਾਸਿਸ ਵਿੱਚ ਵੀ ਕਰਦੇ ਆ ਰਹੇ ਹਾਂ। ਲੈਟਸ ਸਟਾਰਟ। ਸੋ ਆਪਾਂ ਐਪਲੀਕੇਸ਼ਨ ਕਿਹਨੂੰ ਲਿਖਣੀ ਹੈ? ਦ ਪ੍ਰਿੰਸੀਪਲ ਨੂੰ। ਉਸ ਤੋਂ ਬਾਅਦ ਆਪਣੇ ਸਕੂਲ ਦਾ ਨਾਮ ਲਿਖ ਦੇਣਾ ਹੈ ਤੇ ਉਸ ਤੋਂ ਬਾਅਦ ਤੁਹਾਡਾ ਸਕੂਲ ਕਿਹੜੇ ਏਰੀਆ ਵਿੱਚ ਹੈ। ਜੇ ਲੁਧਿਆਣੇ ਵਿੱਚ ਹੈ, ਲੁਧਿਆਣਾ, ਠੀਕ ਹੈ। ਜੇ ਕਿਸੇ ਪਿੰਡ ਵਿੱਚ ਹੈ ਤਾਂ ਉਸ ਪਿੰਡ ਦਾ ਨਾਮ ਲਿਖ ਦੇਣਾ ਤੇ ਉਸ ਤੋਂ ਬਾਅਦ ਕੀ ਪਾਣੀ ਹੈ? ਡੇਟ। ਫਿਰ ਆਪਾਂ ਲਾਈਨ ਛੱਡ ਦੇਣੀ। ਫਿਰ ਕੀ ਲਿਖਣਾ? ਸਬਜੈਕਟ। ਸਬਜੈਕਟ ਮਤਲਬ ਵਿਸ਼ਾ। ਕਿਸ ਵਾਸਤੇ ਐਪਲੀਕੇਸ਼ਨ ਲਿਖ ਰਹੇ ਹੋ? ਐਪਲੀਕੇਸ਼ਨ ਫॉर ਲੀਵ, ਕਿ ਮੈਂ ਛੁੱਟੀ ਲੈਣੀ ਹੈ, ਇਸ ਕਰਕੇ ਮੈਂ ਇਹ ਬੇਨਤੀ ਪੱਤਰ ਲਿਖ ਰਿਹਾ ਹਾਂ। ਓਕੇ। ਸੈਲੂਟੇਸ਼ਨ। ਸੈਲੂਟੇਸ਼ਨ ਹੁੰਦਾ ਸੰਬੋਧਨ ਕਰਨਾ, ਠੀਕ ਹੈ। ਕਿਸ ਤਰ੍ਹਾਂ ਸੰਬੋਧਨ ਕਰੋਗੇ? ਸਰ ਕਹਿ ਦੋਗੇ, ਠੀਕ ਹੈ। ਜੇ ਤੁਹਾਡੇ ਪ੍ਰਿੰਸੀਪਲ ਮੇਲ ਹਨ ਤੇ ਮੈਡਮ ਲਿਖ ਦੋਗੇ ਜੇ ਉਹ ਫੀਮੇਲ ਹਨ, ਠੀਕ। ਨੈਕਸਟ ਹੈ ਬੋਡੀ ਆਫ ਐਪਲੀਕੇਸ਼ਨ, ਕਿ ਐਪਲੀਕੇਸ਼ਨ ਦੀ ਬੋਡੀ ਕੀ ਹੋਣੀ ਚਾਹੀਦੀ ਹੈ, ਉਹਦਾ ਸਰੂਪ ਕੀ ਹੋਣਾ ਚਾਹੀਦਾ ਹੈ। ਆਈ ਬੈਗ ਟੂ ਸੇ ਦੈਟ, ਨਿਮਰਤਾ ਸਹਿਤ ਬੇਨਤੀ ਹੈ। ਆਈ ਐਮ ਨੋਟ ਇਨ ਅ ਸਟੇਟ, ਮੈਂ ਇਸ ਹਾਲਤ ਵਿੱਚ ਨਹੀਂ ਹਾਂ। ਸਟੇਟ ਕੀ ਹੁੰਦੀ ਹੈ? ਹਾਲਤ। ਟੂ ਅਟੈਂਡ ਦ ਸਕੂਲ, ਕਿ ਮੈਂ ਸਕੂਲ ਨੂੰ ਅਟੈਂਡ ਕਰ ਸਕਾਂ। ਐਜ਼ ਆਈ ਐਮ ਡਾਊਨ ਵਿਦ ਵਾਇਰਲ ਫੀਵਰ, ਕਿ ਮੈਂ ਇਹ ਜਿਹੜਾ ਵਾਇਰਲ ਫੀਵਰ ਚੱਲਿਆ ਹੋਇਆ ਉਹਦੇ ਨਾਲ ਥੋੜਾ ਡਾਊਨ ਹੋ ਗਿਆ, ਯਾਨੀ ਮੇਰੀ ਸਿਹਤ ਥੋੜੀ ਡਾਊਨ ਹੋ ਗਈ ਹੈ। ਆਈ ਹੈਵ ਬੀਨ ਐਡਵਾਈਜ਼ਡ ਟੂ ਰੈਸਟ ਬਾਈ ਦ ਡਾਕਟਰ, ਮੈਨੂੰ ਡਾਕਟਰ ਦੁਆਰਾ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਫॉर ਐਟ ਲੀਸਟ ਡੈਸ਼ ਡੇਜ਼, ਇੱਥੇ ਤੁਸੀਂ ਲਿਖ ਦੇਣਾ ਕਿ ਡਾਕਟਰ ਨੇ ਕਿੰਨੇ ਦਿਨਾਂ ਦੇ ਆਰਾਮ ਦੀ ਸਲਾਹ ਦਿੱਤੀ ਹੈ। ਆਪਾਂ ਮੰਨ ਕੇ ਚੱਲੀਏ ਕਿ ਫॉर ਐਟ ਲੀਸਟ 3 days, okay? Therefore, kindly grant me leave for 3 days. ਇਸ ਕਰਕੇ ਕਿਰਪਾ ਕਰਕੇ ਮੈਨੂੰ 3 ਦਿਨ ਦੀ ਛੁੱਟੀ ਦਿੱਤੀ ਜਾਵੇ। I shall be really thankful to you, ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ। ਸੋ ਇਹਨੂੰ ਤੁਸੀਂ ਪ੍ਰੈਕਟੀਕਲੀ ਵਰਤੋਂ ਵਿੱਚ ਲੈ ਕੇ ਆਣਾ। ਜਦੋਂ ਵੀ ਤੁਸੀਂ ਹੁਣ ਆਪਣੇ ਸਕੂਲ ਲਈ ਐਪਲੀਕੇਸ਼ਨ ਲਿਖਣੀ ਹੈ ਤੇ ਤੁਸੀਂ ਇੱਥੋਂ ਦੇਖ ਕੇ ਵੀ ਲਿਖ ਸਕਦੇ ਹੋ, ਤਾਂ ਕਿ ਜਦੋਂ ਤੁਸੀਂ ਇਹਨੂੰ ਪ੍ਰਯੋਗ 'ਚ ਲੈ ਕੇ ਆਓਗੇ ਤੁਹਾਨੂੰ ਆਪਣੇ ਆਪ ਇਹਦੀ ਆਦਤ ਪੈ ਜਾਏਗੀ ਤੇ ਫਿਰ ਐਦਾਂ ਵੀ ਹੋਊਗਾ ਕਿ ਤੁਹਾਨੂੰ ਕੋਈ ਵੀ ਐਪਲੀਕੇਸ਼ਨ ਲਿਖਣ ਦੀ ਕਿਸੇ ਜਗ੍ਹਾ ਤੋਂ ਦੇਖਣ ਦੀ ਜਾਂ ਕਿਸੇ ਦੀ ਸਹਾਇਤਾ ਲੈਣ ਦੀ ਲੋੜ ਨਹੀਂ ਪਵੇਗੀ, ਠੀਕ। ਸੋ ਇੱਥੇ ਸਾਡੀ ਬੋਡੀ ਆਫ ਐਪਲੀਕੇਸ਼ਨ ਖਤਮ ਹੁੰਦੀ ਹੈ। ਹੁਣ ਆਪਾਂ ਇਹਨੂੰ ਕਲੋਜ਼ ਕਿੱਦਾਂ ਕਰਨਾ ਹੈ? ਅਖੀਰ ਤੇ ਲਿਖਾਂਗੇ ਥੈਂਕਿੰਗ ਯੂ, ਠੀਕ ਹੈ। ਫਿਰ ਲਾਈਨ ਛੱਡ ਦਾਂਗੇ ਯੂਐਸ ਓਬੀਡੀਐਂਟਲੀ, ਤੁਹਾਡਾ ਆਗਿਆਕਾਰੀ। ਅੱਗੇ ਆਪਣਾ ਨਾਮ ਲਿਖ ਦੇਣਾ, ਕਲਾਸ ਲਿਖ ਦੇਣੀ ਹੈ, ਜੇ ਕੋਈ ਸੈਕਸ਼ਨ ਹੈ ਤਾਂ ਉਹ ਨਾਲ ਜੋੜ ਦੇਣਾ ਤੇ ਰੋਲ ਨੰਬਰ ਲਿਖ ਦੇਣਾ, ਠੀਕ। ਹੁਣ ਤੁਸੀਂ ਤਰੀਕਾ ਦੇਖ ਲਿਆ। ਹੁਣ ਤੁਸੀਂ 2 ਐਪਲੀਕੇਸ਼ਨਸ ਲਿਖਣੀਆਂ ਹੈ। ਪਹਿਲੀ, ਰਾਈਟ ਐਨ ਐਪਲੀਕੇਸ਼ਨ ਟੂ ਯੂਰ ਪ੍ਰਿੰਸੀਪਲ ਫॉर ਰਿਮਿਸ਼ਨ ਆਫ ਫਾਈਨ। ਸੈਕੰਡ ਕਿਹੜੀ ਲਿਖਣੀ ਹੈ? ਫੁੱਲ ਫੀ ਕੰਸੈਸ਼ਨ। ਇੱਕ ਤਾਂ ਤੁਸੀਂ ਜੁਰਮਾਨਾ ਮਾਫੀ ਦੀ ਅਰਜ਼ੀ ਲਿਖਣੀ ਹੈ ਤੇ ਦੂਸਰੀ ਅਰਜ਼ੀ ਲਿਖਣੀ ਹੈ ਪੂਰੀ ਫੀਸ ਮਾਫ ਕਰਾਉਣ ਦੀ, ਠੀਕ। ਯੂਜ਼ ਦਾ ਲੀਵ ਫਾਰਮੈਟ ਗਿਵਨ ਅਬਵ, ਤੇ ਉੱਪਰ ਦਿੱਤਾ ਹੋਇਆ ਫਾਰਮੈਟ ਤੁਸੀਂ ਯੂਜ਼ ਕਰਨਾ ਹੈ। ਅੱਜ ਅਸੀਂ ਕਰਨ ਜਾ ਰਹੇ ਹਾਂ ਰਾਈਟ ਐਨ ਐਪਲੀਕੇਸ਼ਨ ਟੂ ਯੂਰ ਪ੍ਰਿੰਸੀਪਲ। ਆਪਣੇ ਪ੍ਰਿੰਸੀਪਲ ਨੂੰ ਇੱਕ ਐਪਲੀਕੇਸ਼ਨ ਲਿਖੋ। ਕਾਹਦੇ ਵਾਸਤੇ? ਫॉर ਰਿਮਿਸ਼ਨ ਆਫ ਫਾਈਨ, ਜੁਰਮਾਨਾ ਮਾਫੀ ਲਈ, ਓਕੇ। ਕਿ ਤੁਹਾਨੂੰ ਕਿਸੇ ਗੱਲ ਕਰਕੇ ਜੁਰਮਾਨਾ ਹੋ ਗਿਆ। ਹੁਣ ਤੁਸੀਂ ਆਪਣੇ ਪ੍ਰਿੰਸੀਪਲ ਨੂੰ ਇੱਕ ਐਪਲੀਕੇਸ਼ਨ ਲਿਖਣੀ ਹੈ। ਸਰ ਐਪਲੀਕੇਸ਼ਨ ਤਾਂ ਅੱਜ ਆਪਾਂ ਜ਼ਰੂਰ ਕਰਾਂਗੇ, ਪਰ ਨਾਲ ਹੀ ਮੈਂ ਰਿਕੁਐਸਟ ਕਰਾਂਗਾ ਕਿ ਜਦੋਂ ਵੀ ਆਉਣ ਵਾਲੇ ਟਾਈਮ 'ਚ ਤੁਸੀਂ ਇਸ ਤਰ੍ਹਾਂ ਦੀ ਕੋਈ ਐਪਲੀਕੇਸ਼ਨ ਲਿਖਣੀ ਹੋਵੇ ਆਪਣੇ ਪ੍ਰਿੰਸੀਪਲ ਨੂੰ, ਹੈਡਮਾਸਟਰ, ਹੈਡਮਿਸਟਰੈਸ ਨੂੰ, ਤੇ ਤੁਸੀਂ ਇੰਗਲਿਸ਼ ਵਿੱਚ ਹੀ ਲਿਖਣੀ ਹੈ ਤਾਂ ਕਿ ਤੁਹਾਨੂੰ ਕੋਈ ਵੀ ਚੀਜ਼ ਯਾਦ ਕਰਨ ਦੀ ਲੋੜ ਨਾ ਪਵੇ, ਤੁਹਾਨੂੰ ਉਹ ਮੂੰਹ ਜ਼ਬਾਨੀ ਆਉਂਦੀ ਹੋਵੇ, ਓਕੇ। ਤੁਹਾਡੇ ਕੋਲ ਉਹ ਨੈਚੁਰਲ ਹੀ ਲਿਖੀ ਜਾਵੇ। ਓਕੇ, ਲੈਟਸ ਸਟਾਰਟ। ਸੋ ਸਭ ਤੋਂ ਪਹਿਲਾਂ ਕਰਾਂਗੇ ਆਪਾਂ ਲੈਫਟ ਸਾਈਡ ਤੋਂ ਸਟਾਰਟ ਕਰਾਂਗੇ। ਐਪਲੀਕੇਸ਼ਨ ਕਿਹਨੂੰ ਲਿਖ ਰਹੇ ਹਾਂ? ਪ੍ਰਿੰਸੀਪਲ ਨੂੰ। ਸੋ ਆਪਾਂ ਕੀ ਲਿਖਾਂਗੇ ਲੈਫਟ ਸਾਈਡ ਤੇ? ਦ ਪ੍ਰਿੰਸੀਪਲ। ਸੋ ਲੈਫਟ ਸਾਈਡ ਤੇ ਕੋਈ ਵੀ ਜਗ੍ਹਾ ਆਪਾਂ ਫालतू ਨਹੀਂ ਛੱਡਣੀ ਹੈ, ਬਿਲਕੁਲ ਲੈਫਟ ਸਾਈਡ ਤੋਂ ਸ਼ੁਰੂ ਕਰਨਾ ਹੈ। ਉਸ ਤੋਂ ਬਾਅਦ ਆਪਣੇ ਸਕੂਲ ਦਾ ਨਾਮ। ਸੋ ਆਪਣੇ ਸਕੂਲ ਦਾ ਨਾਮ ਲਿਖ ਦਿਓ। ਮੈਂ ਲਿਖਿਆ ਹੈ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ। ਫਿਰ ਉਹ ਕਿਹੜੇ ਏਰੀਆ ਵਿੱਚ ਹੈ ਤੁਸੀਂ ਆਪਣੇ ਏਰੀਆ ਦਾ ਨਾਮ ਲਿਖ ਸਕਦੇ ਹੋ। ਮੈਂ ਇੱਥੇ ਲਿਖਿਆ ਗੁਰਾਇਆ। ਉਸ ਤੋਂ ਬਾਅਦ ਡੇਟ ਪਾ ਦਿਓ ਜੁਲਾਈ 23, 2020। ਜਦੋਂ ਵੀ ਤੁਸੀਂ ਲਿਖਣਾ ਹੋਵੇ ਆਪਣੀ ਨੋਟਬੁੱਕ ਤੇ ਉਸ ਦਿਨ ਦੀ ਡੇਟ ਪਾ ਦੇਣਾ। ਜੇ ਤੁਸੀਂ ਪੇਪਰ ਵਿੱਚ ਅਟੈਂਪਟ ਕਰਨਾ ਤੇ ਉਸ ਦਿਨ ਦੀ ਡੇਟ ਪਾ ਦੇਣਾ, ਠੀਕ ਹੈ। ਫਿਰ ਆਪਾਂ ਇੱਕ ਲਾਈਨ ਛੱਡਾਂਗੇ। ਉਸ ਤੋਂ ਬਾਅਦ ਲਿਖਾਂਗੇ ਵੀ ਇਹ ਐਪਲੀਕੇਸ਼ਨ ਆਪਾਂ ਕਿਸ ਵਾਸਤੇ ਲਿਖ ਰਹੇ ਹਾਂ, ਓਕੇ, ਪ੍ਰਿੰਸੀਪਲ ਨੂੰ, ਤਾਂ ਕਿ ਜਦੋਂ ਵੀ
ਪ੍ਰਿੰਸੀਪਲ ਸਰ ਜਾਂ ਪ੍ਰਿੰਸੀਪਲ ਮੈਡਮ ਦੇ ਹੱਥ ਵਿੱਚ ਇਹ ਐਪਲੀਕੇਸ਼ਨ ਆਵੇ, ਉਹਨਾਂ ਨੂੰ ਦੇਖਦੇ ਹੀ ਪਤਾ ਚੱਲ ਜਾਵੇ ਕਿ ਇਹ ਐਪਲੀਕੇਸ਼ਨ ਕਿਸ ਵਾਸਤੇ ਲਿਖੀ ਗਈ ਹੈ। ਸੋ ਸਬਜੈਕਟ ਲਿਖਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਸਬਜੈਕਟ ਆਪਾਂ ਲਿਖਾਂਗੇ ਐਪਲੀਕੇਸ਼ਨ ਫॉर ਰਿਮਿਸ਼ਨ ਆਫ ਫਾਈਨ, ਕਿ ਮੈਨੂੰ ਫਾਈਨ ਲੱਗ ਗਿਆ, ਉਹਦੇ ਰਿਮਿਸ਼ਨ ਵਾਸਤੇ ਯਾਨੀ ਮੁਆਫੀ ਵਾਸਤੇ ਮੈਂ ਐਪਲੀਕੇਸ਼ਨ ਲਿਖ ਰਿਹਾ ਹਾਂ। ਫਿਰ ਇੱਕ ਲਾਈਨ ਛੱਡ ਦਿਓ, ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਸੰਬੋਧਨ ਕਰਾਂਗੇ। ਠੀਕ ਹੈ, ਜੇ ਸਰ ਹੋਏ ਤਾਂ ਇਕੱਲਾ ਸਰ ਲਿਖਾਂਗੇ, ਜੇ ਮੈਡਮ ਹੋਏ ਤਾਂ ਮੈਡਮ ਲਿਖਾਂਗੇ। ਓਕੇ, ਸੋ ਸਰ, ਫਿਰ ਇੱਕ ਲਾਈਨ ਛੱਡ ਦਿਓ। ਉਸ ਤੋਂ ਬਾਅਦ ਅਗਲੀ ਲਾਈਨ ਆਪਾਂ ਸ਼ੁਰੂ ਕਰਨੀ ਹੈ, ਇਟ ਇਜ਼ ਸਬਮਿਟਡ। ਸਬਮਿਟਡ ਹੁੰਦਾ ਕਿ ਮੈਂ ਤੁਹਾਨੂੰ ਕੋਈ ਡਾਕੂਮੈਂਟ ਦੇ ਰਿਹਾ ਹਾਂ, ਉਹਦੇ ਉੱਤੇ ਤੁਸੀਂ ਵਿਚਾਰ ਕਰਕੇ ਆਪਣਾ ਫੈਸਲਾ ਦਿਓ। ਠੀਕ ਹੈ, ਉਹਨੂੰ ਕਹਿੰਦੇ ਨੇ ਸਬਮਿਟ ਕਰਨਾ। ਸੋ ਇਟ ਇਜ਼ ਸਬਮਿਟਡ ਕਿ ਇਹ ਐਪਲੀਕੇਸ਼ਨ ਤੁਹਾਨੂੰ ਸਬਮਿਟ ਕੀਤੀ ਜਾ ਰਹੀ ਹੈ। ਕਿਉਂ? that yesterday I could not come to school, ਕਿ ਕੱਲ ਮੈਂ ਸਕੂਲ ਨਹੀਂ ਆ ਸਕਿਆ। for that I was fined ₹100, ਉਹਦੇ ਕਰਕੇ ਮੈਨੂੰ 100 ਰੁਪਇਆ ਜੁਰਮਾਨਾ ਹੋ ਗਿਆ। as I belong to a poor family, ਕਿਉਂਕਿ ਮੈਂ ਇੱਕ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ ਜਾਂ ਰੱਖਦੀ ਹਾਂ। so my parents cannot afford to pay this fine, ਇਸ ਕਰਕੇ ਮੇਰੇ ਮਾਤਾ ਪਿਤਾ ਇਸ ਫਾਈਨ ਨੂੰ ਪੇ ਕਰਨਾ ਅਫੋਰਡ ਨਹੀਂ ਕਰ ਸਕਦੇ। ਠੀਕ ਹੈ, ਅਫੋਰਡ ਹੁੰਦਾ ਬਰਦਾਸ਼ਤ ਕਰਨਾ, ਸਹਿਨ ਕਰਨਾ। I am really sorry for my dereliction। ਹੁਣ ਡਾਇਰੈਕਸ਼ਨ ਕੀ ਹੁੰਦਾ? ਡਾਇਰੈਕਸ਼ਨ ਹੁੰਦਾ ਜਦੋਂ ਅਸੀਂ ਕਾਨੂੰਨ ਦੇ ਅਗੇਂਸਟ, ਰੂਲ ਦੇ ਅਗੇਂਸਟ, ਰੂਲ ਦੇ ਵਿਰੁੱਧ ਕੋਈ ਵੀ ਗੱਲ ਕਰ ਦਈਏ ਜਿਹੜੀ ਕਿ ਸਾਨੂੰ ਨਹੀਂ ਕਰਨੀ ਚਾਹੀਦੀ ਸੀ। ਠੀਕ ਹੈ, ਪਰ ਉਹ ਅਣਜਾਣ ਪੁਣੇ 'ਚ ਕਰੀਏ ਤੇ ਉਹਨੂੰ ਆਪਾਂ ਕਹਿੰਦੇ ਆ ਡਾਇਰੈਕਸ਼ਨ। ਠੀਕ ਹੈ, ਸੋ ਇੱਥੇ ਤੁਸੀਂ ਉਹਦੇ ਲਈ ਸੌਰੀ ਮੰਗ ਸਕਦੇ ਹੋ, ਆਈ ਐਮ ਰੀਅਲੀ ਸੌਰੀ ਫॉर ਮਾਈ ਡਾਇਰੈਕਸ਼ਨ। ਤੇ ਜੇ ਡਾਇਰੈਕਸ਼ਨ ਤੁਹਾਨੂੰ ਵਰਡ ਔਖਾ ਲੱਗਦਾ ਫਿਰ ਤੁਸੀਂ ਕੇਅਰਲੈਸਨੈਸ ਵੀ ਕਰ ਸਕਦੇ ਹੋ। ਠੀਕ ਹੈ, ਅਸਾਵਧਾਨੀ, ਨੈਗਲੀਜੈਂਸ ਵੀ ਕਰ ਸਕਦੇ ਹੋ। ਠੀਕ ਹੈ, ਸੋ ਕੇਅਰਲੈਸਨੈਸ ਐਂਡ ਨੈਗਲੀਜੈਂਸ, ਇਹਨਾਂ ਦਾ ਮਤਲਬ ਹੈ ਕਿ ਤੁਸੀਂ ਜਿਹੜਾ ਧਿਆਨ ਨਹੀਂ ਦਿੱਤਾ ਇਸ ਗੱਲ ਵੱਲ, ਉਹਦੀ ਮੈਂ ਮਾਫੀ ਮੰਗਦਾ ਹਾਂ। ਨੈਕਸਟ, ਫਿਰ ਇੱਕ ਲਾਈਨ ਛੱਡ ਦਿਓ, ਉਸ ਤੋਂ ਬਾਅਦ ਤੁਸੀਂ ਲਿਖ ਸਕਦੇ ਹੋ ਕਾਈਂਡਲੀ ਰਿਮਿਟ ਮਾਈ ਫਾਈਨ, ਕਿਰਪਾ ਕਰਕੇ ਮੇਰਾ ਜੁਰਮਾਨਾ ਮਾਫ ਕੀਤਾ ਜਾਏ। ਥੈਂਕ ਯੂ ਵੈਰੀ ਮਚ ਇਨ ਐਂਟੀਸਿਪੇਸ਼ਨ। ਓਕੇ, ਐਂਟੀਸਿਪੇਸ਼ਨ ਹੁੰਦਾ ਪੂਰਵ ਅਨੁਮਾਨ ਲਗਾਉਣਾ, ਪਹਿਲਾਂ ਤੋਂ ਹੀ ਅਨੁਮਾਨ ਲਗਾ ਲੈਣਾ ਕਿ ਹਾਂਜੀ ਮੈਨੂੰ ਤਾਂ ਪਹਿਲਾਂ ਤੋਂ ਪਤਾ ਹੈ ਕਿ ਤੁਸੀਂ ਮੇਰੀ ਜਿਹੜੀ ਐਪਲੀਕੇਸ਼ਨ ਹੈ ਮਨਜ਼ੂਰ ਜ਼ਰੂਰ ਕਰ ਲੋਗੇ, ਉਹਦੇ ਵਾਸਤੇ ਮੈਂ ਪਹਿਲਾਂ ਤੋਂ ਹੀ ਤੁਹਾਡਾ ਧੰਨਵਾਦ ਕਰਦਾ ਹਾਂ। ਠੀਕ ਹੈ, ਸੋ ਜੇ ਐਂਟੀਸਿਪੇਸ਼ਨ ਤੁਹਾਨੂੰ ਔਖਾ ਲੱਗਦਾ ਤੁਸੀਂ ਇਹ ਨਹੀਂ ਵੀ ਲਿਖੋਗੇ ਤਾਂ ਵੀ ਸਰ ਜਾਏਗਾ, ਤੁਸੀਂ ਇਕੱਲਾ ਇੰਨਾ ਵੀ ਲਿਖ ਸਕਦੇ ਹੋ, ਥੈਂਕ ਯੂ ਵੈਰੀ ਮਚ। ਓਕੇ, ਉਸ ਤੋਂ ਬਾਅਦ ਫਿਰ ਇੱਕ ਲਾਈਨ ਛੱਡ ਦਿਓ ਤੇ ਕੀ ਲਿਖੋਗੇ? ਯੂਅਰਸ ਓਬੀਡੀਐਂਟਲੀ। ਓਬੀਡੀਐਂਟਲੀ ਦਾ ਸਪੈਲਿੰਗ OBEDIENTLY, obediently। ਫਿਰ ਉਸ ਤੋਂ ਬਾਅਦ ਆਪਣਾ ਨਾਮ, ਫਿਰ ਕਲਾਸ ਲਿਖ ਦਿਓ। ਠੀਕ ਹੈ, ਤੇ ਉਸ ਤੋਂ ਬਾਅਦ ਅਖੀਰ ਤੇ ਰੋਲ ਨੰਬਰ ਲਿਖ ਦਿਓ। ਐਪਲੀਕੇਸ਼ਨ ਟੂ ਯੂਰ ਪ੍ਰਿੰਸੀਪਲ ਫॉर ਫੁੱਲ ਫੀ ਕੰਸੈਸ਼ਨ, ਕਿ ਤੁਸੀਂ ਆਪਣੇ ਪ੍ਰਿੰਸੀਪਲ ਨੂੰ ਐਪਲੀਕੇਸ਼ਨ ਲਿਖੋ ਜਿਹਦੇ ਵਿੱਚ ਉਹਨਾਂ ਨੂੰ ਬੇਨਤੀ ਕੀਤੀ ਹੋਵੇ ਕਿ ਮੇਰੀ ਪੂਰੀ ਫੀਸ ਮੁਆਫ ਕਰ ਦਿੱਤੀ ਜਾਵੇ। ਠੀਕ ਹੈ, ਕੰਸੈਸ਼ਨ ਕੀ ਹੁੰਦਾ? ਛੋਟ ਦੇਣੀ, ਮੁਆਫ ਕਰ ਦੇਣੀ। ਓਕੇ, ਕਿੱਦਾਂ ਸਟਾਰਟ ਕਰਾਂਗੇ? ਉਸੇ ਤਰ੍ਹਾਂ ਹੀ ਸਭ ਤੋਂ ਪਹਿਲਾਂ ਲੈਫਟ ਸਾਈਡ ਤੇ ਆਪਾਂ ਜਿਨ੍ਹਾਂ ਨੂੰ ਐਪਲੀਕੇਸ਼ਨ ਲਿਖ ਰਹੇ ਹਾਂ ਉਹਨਾਂ ਨੂੰ ਸੰਬੋਧਨ ਕਰਾਂਗੇ, ਦ ਪ੍ਰਿੰਸੀਪਲ। ਹੁਣ ਉਹ ਪ੍ਰਿੰਸੀਪਲ ਕਿੱਥੋਂ ਦੇ ਨੇ? ਉਹ ਸਕੂਲ ਦਾ ਨਾਮ ਲਿਖ ਦਿਓ। ਮੈਂ ਲਿਖਿਆ ਹੈ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ। ਓਕੇ, ਤੁਸੀਂ ਇੱਥੇ ਆਪਣਾ ਸਕੂਲ ਦਾ ਨਾਮ ਲਿਖ ਦੇਣਾ। ਹੁਣ ਤੁਹਾਡਾ ਸਕੂਲ ਕਿਸ ਜਗ੍ਹਾ ਤੇ ਹੈ? ਓਕੇ, ਉਹ ਸਿਟੀ ਦਾ ਨਾਮ ਲਿਖ ਦਿਓ, ਲੁਧਿਆਣਾ। ਅੱਗੇ ਡੇਟ ਪਾ ਦਿਓ, ਜੁਲਾਈ 23, 2020। ਸੋ ਜਦੋਂ ਵੀ ਤੁਸੀਂ ਆਪਣੀ ਨੋਟਬੁੱਕ ਤੇ ਉਤਾਰੋ ਉਦੋਂ ਉਹ ਡੇਟ ਪਾ ਦੇਣਾ, ਜਦੋਂ ਤੁਸੀਂ ਆਪਣੇ ਪੇਪਰਾਂ ਵਿੱਚ ਕਰੋ ਅਟੈਂਪਟ ਨੂੰ ਉਦੋਂ ਉਸ ਦਿਨ ਦੀ ਡੇਟ ਪਾ ਦੇਣਾ। ਫਿਰ ਸਬਜੈਕਟ। ਠੀਕ ਹੈ, ਤੁਹਾਡੇ ਪ੍ਰਿੰਸੀਪਲ ਜਦੋਂ ਤੁਹਾਡੇ ਐਪਲੀਕੇਸ਼ਨ ਦੇਖਣ ਉਹ ਸਿਰਫ ਸਬਜੈਕਟ ਦੇਖਣ ਤੇ ਉਹਨਾਂ ਨੂੰ ਪਤਾ ਚੱਲ ਜੇ ਕਿ ਹਾਂ ਇਹ ਜਿਹੜੀ ਮੈਨੂੰ ਐਪਲੀਕੇਸ਼ਨ ਮਿਲੀ ਹੈ ਕਿਸ ਬਾਰੇ ਹੈ। ਓਕੇ, ਸਬਜੈਕਟ ਕੀ ਹੈ? ਐਪਲੀਕੇਸ਼ਨ ਫॉर ਫੁੱਲ ਫੀ ਕੰਸੈਸ਼ਨ, ਕਿ ਇਹ ਮੈਂ ਐਪਲੀਕੇਸ਼ਨ ਆਪਣੀ ਪੂਰੀ ਫੀਸ ਮੁਆਫੀ ਲਈ ਲਿਖ ਰਿਹਾ ਹਾਂ। ਸਟਾਰਟ। I and my sisters are studying in your school, ਕਿ ਮੈਂ ਅਤੇ ਮੇਰੀਆਂ ਭੈਣਾਂ ਤੁਹਾਡੇ ਸਕੂਲ ਵਿੱਚ ਪੜ੍ਹ ਰਹੇ ਹਾਂ। All of us have bagged top positions in our classes, ਕਿ ਅਸੀਂ ਸਾਰਿਆਂ ਨੇ ਆਪਣੀਆਂ ਆਪਣੀਆਂ ਕਲਾਸਿਸ ਵਿੱਚ ਸਭ ਤੋਂ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ। I am also the captain of our ਖੋ-ਖੋ ਟੀਮ, ਮੈਂ ਆਪਣੇ ਸਕੂਲ ਦੀ ਖੋ-ਖੋ ਟੀਮ ਦਾ ਕੈਪਟਨ ਵੀ ਹਾਂ, ਕਪਤਾਨ ਵੀ ਹਾਂ। My father
is the only earning hand of our joint family. ਮੇਰੇ ਪਿਤਾ ਜੀ ਸਾਡੀ ਜੁਆਇੰਟ ਫੈਮਿਲੀ ਦੇ ਇਕੱਲੇ ਕਮਾਉਣ ਵਾਲੇ ਵਿਅਕਤੀ ਹਨ, ਠੀਕ ਹੈ। ਅਰਨਿੰਗ ਹੈਂਡ ਹੁੰਦਾ ਕਮਾਉਣ ਵਾਲਾ ਵਿਅਕਤੀ, ਤੇ ਜੁਆਇੰਟ ਫੈਮਿਲੀ ਸੰਯੁਕਤ ਪਰਿਵਾਰ ਜਿੱਥੇ ਮੰਮੀ ਡੈਡੀ ਬੱਚੇ ਅਤੇ ਦਾਦਾ ਦਾਦੀ ਨਾਲ ਇਕੱਠੇ ਰਹਿੰਦੇ ਹੋਣ। ਓਕੇ, ਸੋ ਇੰਨੀ ਵੱਡੀ ਫੈਮਿਲੀ 'ਚ ਕਮਾਉਣ ਵਾਲੇ ਕਿੰਨੇ ਨੇ? ਸਿਰਫ ਇੱਕ ਜਣਾ, ਉਹ ਹੈ ਮੇਰੇ ਪਿਤਾ ਜੀ। ਇਨ ਦੀ ਸਰਕਮਸਟਾਂਸਿਸ, ਸੋ ਇਹਨਾਂ ਸਰਕਮਸਟਾਂਸਿਸ ਦੇ ਵਿੱਚ ਕਾਈਂਡਲੀ ਗ੍ਰਾਂਟ ਮੀ ਫੁੱਲ ਫੀ ਕੰਸੈਸ਼ਨ, ਕਿਰਪਾ ਕਰਕੇ ਮੈਨੂੰ ਪੂਰੀ ਫੀਸ ਤੋਂ ਛੋਟ ਦਿੱਤੀ ਜਾਵੇ। ਅਦਰਵਾਈਜ਼ ਆਈ ਵਿਲ ਨੋਟ ਬੀ ਇਨ ਅ ਪੋਜੀਸ਼ਨ, ਨਹੀਂ ਤਾਂ ਮੈਂ ਇਸ ਪੋਜੀਸ਼ਨ ਵਿੱਚ ਨਹੀਂ ਹਾਂ, ਇਸ ਹਾਲਤ ਵਿੱਚ ਨਹੀਂ ਹਾਂ ਟੂ ਕੰਟੀਨਿਊ ਮਾਈ ਫਰਦਰ ਸਟੱਡੀਜ਼, ਕਿ ਮੈਂ ਆਪਣੀ ਅਗਲੇਰੀ ਪੜ੍ਹਾਈ ਨੂੰ ਕੰਟੀਨਿਊ ਰੱਖ ਸਕਾਂ, ਕਰ ਸਕਾਂ। ਓਕੇ, ਸੋ ਇੱਕ ਲਾਈਨ ਛੱਡ ਕੇ ਅਖੀਰ 'ਚ ਉਹਨਾਂ ਦਾ ਧੰਨਵਾਦ ਕਰ ਦਿਓ। ਥੈਂਕ ਯੂ ਵੈਰੀ ਮਚ ਇਨ ਐਂਟੀਸਪੇਸ਼ਨ। ਐਂਟੀਸਪੇਸ਼ਨ ਹੁੰਦਾ ਪੂਰਵ ਅਨੁਮਾਨ ਲਗਾਉਣਾ, ਕਿ ਮੈਨੂੰ ਪਤਾ ਹੈ ਕਿ ਤੁਸੀਂ ਮੇਰੀ ਐਪਲੀਕੇਸ਼ਨ ਪ੍ਰਵਾਨ ਕਰ ਲੋਗੇ। ਇਹ ਜਾਣਦੇ ਹੋਏ ਮੈਂ ਪਹਿਲਾਂ ਤੋਂ ਹੀ ਤੁਹਾਡਾ ਧੰਨਵਾਦ ਕਰਦਾ ਹਾਂ। ਫਿਰ ਇੱਕ ਲਾਈਨ ਛੱਡ ਦਿਓ, ਉਸ ਤੋਂ ਬਾਅਦ ਯੂਅਰਸ ਓਬੀਡੀਐਂਟਲੀ, ਠੀਕ ਹੈ। ਪਰਮਜੋਤ ਸਿੰਘ, ਕਲਾਸ 6A, ਰੋਲ ਨੰਬਰ 13। ਓਕੇ, ਸੋ ਇੱਥੇ ਕਿਤੇ ਵੀ ਕੋਮਾ ਫੁੱਲ ਸਟਾਪ ਅਨਡਿਊਲੀ ਕਿਤੇ ਵੀ ਨਹੀਂ ਪਾਉਣਾ, ਠੀਕ ਹੈ। ਦੂਜੀ ਗੱਲ ਦਾ ਕੀ ਧਿਆਨ ਰੱਖਣਾ, ਜਦੋਂ ਵੀ ਨਵਾਂ ਪੈਰਾ ਸ਼ੁਰੂ ਕਰਨਾ ਤੁਸੀਂ ਲੈਫਟ ਸਾਈਡ ਤੋਂ ਸ਼ੁਰੂ ਕਰਨਾ ਹੈ ਤੇ ਕੋਈ ਵੀ ਸਪੇਸ ਨਹੀਂ ਛੱਡਣੀ ਹੈ। ਓਕੇ, ਸੋ ਇਹ ਸੀ ਐਪਲੀਕੇਸ਼ਨ। ਉਮੀਦ ਹੈ ਤੁਹਾਨੂੰ ਸੌਖੀ ਲੱਗੀ ਹੋਏਗੀ। Next, learning to listen. This activity requires you to follow instructions. ਹੁਣ ਜਿਹੜੀ ਆਪਾਂ ਐਕਟੀਵਿਟੀ ਕਰਨ ਲੱਗੇ ਹਾਂ ਉਹਦੇ ਵਿੱਚ ਤੁਸੀਂ ਮੇਰੀਆਂ ਇਨਸਟਰਕਸ਼ਨਸ ਨੂੰ ਫੋਲੋ ਕਰਨਾ ਹੈ, ਉਹਦਾ ਪਿੱਛਾ ਕਰਨਾ ਹੈ, ਠੀਕ ਹੈ। ਜੋ ਮੈਂ ਕਹਾਂਗਾ ਉਹ ਕਰਨਾ ਹੈ। Each student takes a piece of paper and the teacher reads the instructions. ਹੁਣ ਹਰ ਵਿਦਿਆਰਥੀ ਇੱਕ ਪੇਪਰ ਦਾ ਟੁਕੜਾ ਲਏਗਾ ਅਤੇ ਟੀਚਰ ਇੰਸਟਰਕਸ਼ਨਸ ਨੂੰ ਪੜ੍ਹੇਗਾ ਤੇ ਉਹਨੂੰ ਸੁਣੇਗਾ। As you hear the instructions, ਜਿੱਦਾਂ ਹੀ ਤੁਸੀਂ ਇੰਸਟਰਕਸ਼ਨ ਸੁਣਦੇ ਹੋ, you will perform the task. ਤੁਸੀਂ ਉਹੋ ਜਿਹੀ ਟਾਸਕ ਪਰਫਾਰਮ ਕਰੋਗੇ। For this you must close your eyes, not ask questions. So ਇਸ ਟਾਸਕ ਨੂੰ ਕਰਨ ਲਈ ਤੁਹਾਨੂੰ ਆਪਣੀਆਂ ਅੱਖਾਂ ਬੰਦ ਕਰਨੀਆਂ ਪੈਣਗੀਆਂ। ਤੁਸੀਂ ਕੋਈ ਵੀ ਕੁਐਸਚਨਸ ਨਹੀਂ ਪੁੱਛ ਸਕਦੇ। At the end of the task, ਇਸ ਟਾਸਕ ਦੇ ਅਖੀਰ ਵਿੱਚ you will check if everyone's paper looks similar. ਤੁਸੀਂ ਦੇਖੋਗੇ ਕਿ ਕੀ ਸਾਰਿਆਂ ਦੇ ਪੇਪਰਸ ਇੱਕੋ ਜਿਹੇ ਦਿਸਦੇ ਹਨ। So let's start the task. Okay, fold your sheet of paper in half. ਆਪਣੀ ਸ਼ੀਟ ਨੂੰ ਹਾਫ ਜਿਹੜਾ ਫੋਲਡ ਕਰ ਲਓ। Second, tear of the upper right corner. ਸੱਜੇ ਹੱਥ ਦੇ ਕਾਰਨਰ ਨੂੰ ਪਾੜੋ। Fold your paper in half again. ਪੇਪਰ ਨੂੰ ਇਸ ਦੇ ਸੱਜੇ ਕੋਨੇ ਤੋਂ ਉੱਪਰੋਂ ਦੀ ਪਾੜਨ ਤੋਂ ਬਾਅਦ ਇਸ ਪੇਪਰ ਨੂੰ ਦੁਬਾਰਾ ਫਿਰ ਫੋਲਡ ਕਰੋ। Next, tear of the lower right corner. ਹੁਣ ਆਪਣੇ ਪੇਪਰ ਦਾ ਰਾਈਟ ਕਾਰਨਰ ਨੀਚੋਂ ਦੀ ਉਹ ਕੱਟ ਕਰੋ। 5, fold your paper in half. ਉਸ ਨੂੰ ਨੀਚੋਂ ਦੀ ਪਾੜਨ ਤੋਂ ਬਾਅਦ ਇਸ ਪੇਪਰ ਨੂੰ ਦੁਬਾਰਾ ਫਿਰ ਫੋਲਡ ਕਰੋ। 6th, tear of the upper left corner. ਹੁਣ ਦੁਬਾਰਾ ਕੀ ਕਰੋ, ਜਦੋਂ ਤੁਸੀਂ ਉਹਨੂੰ ਫੋਲਡ ਕਰ ਚੁੱਕੇ ਹੋ ਫਿਰ ਉਸ ਦਾ ਅਪਰ ਲੈਫਟ ਕਾਰਨਰ ਯਾਨੀ ਉੱਪਰਲਾ ਹੁਣ ਖੱਬਾ ਕੋਨਾ ਉਸ ਜਗ੍ਹਾ ਤੋਂ ਉਹਨੂੰ ਕੱਟ ਕਰੋ। 7th, ਕੱਟ ਕਰਨ ਤੋਂ ਬਾਅਦ ਕੀ ਕਰਨਾ ਹੈ, ਫੋਲਡ ਇਨ ਹਾਫ ਅ ਫਾਈਨਲ ਟਾਈਮ। ਇਸ ਨੂੰ ਇੱਕ ਵਾਰ ਫਿਰ ਤੋਂ ਫਾਈਨਲੀ ਫੋਲਡ ਕਰੋ। 8th ਪੁਆਇੰਟ, tear off the lower left corner. ਇਸ ਨੂੰ ਫੋਲਡ ਕਰਨ ਤੋਂ ਬਾਅਦ ਹੁਣ ਲੈਫਟ ਸਾਈਡ ਤੋਂ ਇਸ ਨੂੰ ਦੁਬਾਰਾ ਟੀਅਰ ਕਰੋ ਨੀਚਲੇ ਕੋਨੇ ਤੋਂ। 9th, unfold your paper and hold it up. ਆਪਣੇ ਪੇਪਰ ਨੂੰ ਅਨਫੋਲਡ ਕਰੋ ਯਾਨੀ ਖੋਲੋ ਅਤੇ ਉਸ ਨੂੰ ਉੱਪਰ ਚੱਕ ਕੇ ਫੜੋ। 10th, open your eyes. ਆਪਣੀਆਂ ਅੱਖਾਂ ਖੋਲੋ। look at your product. ਆਪਣਾ ਬਣਾਇਆ ਹੋਇਆ ਪ੍ਰੋਡਕਟ ਦੇਖੋ ਐਂਡ ਕੰਪੇਅਰ ਇਟ ਵਿਦ ਦ ਅਦਰ ਸਟੂਡੈਂਟਸ। ਅਤੇ ਇਸ ਨੂੰ ਦੂਜੇ ਸਟੂਡੈਂਟ ਦੇ ਨਾਲ ਕੰਪੇਅਰ ਕਰੋ ਕਿ ਦੇਖੋ ਉਹਨੇ ਕਿਸ ਤਰ੍ਹਾਂ ਬਣਾਇਆ ਤੇ ਤੁਸੀਂ ਕਿਸ ਤਰ੍ਹਾਂ ਬਣਾਇਆ। ਓਕੇ, ਐਕਟੀਵਿਟੀ 8, ਗਰੁੱਪ ਵਰਕ। ਠੀਕ ਹੈ, ਯੂ ਵਿਲ ਆਸਕ ਕੁਐਸਚਨਸ ਫਰੋਮ ਮੈਂਬਰਸ ਆਫ ਯੂਰ ਗਰੁੱਪ। ਹੁਣ ਤੁਸੀਂ ਗਰੁੱਪ ਵਿੱਚ ਬੈਠੋਗੇ ਤੇ ਆਪਣੇ ਗਰੁੱਪ ਦੇ ਮੈਂਬਰਸ ਕੋਲੋਂ ਕੁਐਸਚਨਸ ਪੁੱਛੋਗੇ। ਦ ਆਨਸਰ ਟੂ ਥੀਸ ਕੁਐਸਚਨਸ ਸ਼ੁੱਡ ਈਦਰ ਬੀ ਯੈਸ ਆਈ ਡੂ ਔਰ ਨੋ ਆਈ ਡੋਂਟ। ਹੁਣ ਇਹਨਾਂ ਦੇ ਆਨਸਰ ਕੀ ਹੋਣਗੇ, ਜਾਂ ਤਾਂ ਹੋਏਗਾ ਕਿ ਯੈਸ ਆਈ ਡੂ, ਹਾਂ ਮੈਂ ਸਹਿਮਤ ਹਾਂ, ਔਰ ਨੋ ਆਈ ਡੋਂਟ ਕਿ ਮੈਂ ਨਹੀਂ ਕਰਦਾ ਜਾਂ ਮੈਂ ਨਹੀਂ ਸਹਿਮਤ। ਓਕੇ, ਟੀਚਰ ਮਸਟ ਮੋਨੀਟਰ ਈਚ ਗਰੁੱਪ। ਟੀਚਰ ਹਰ ਇੱਕ ਗਰੁੱਪ ਨੂੰ ਦੇਖੇਗਾ। ਐਗਜ਼ਾਮਪਲ, ਕੁਐਸਚਨ, ਡੂ ਯੂ ਲਾਈਕ ਬਿਸਕਿਟਸ?
ਕੀ ਤੁਹਾਨੂੰ ਬਿਸਕਟ ਪਸੰਦ ਆ? ਆਨਸਰ ਕੀ ਹੋਏਗਾ? ਯੈਸ ਆਈ ਡੂ। ਤੇ ਜੇ ਨਹੀਂ ਪਸੰਦ ਤੇ ਕੀ ਜਵਾਬ ਦੋਗੇ? ਨੋ ਆਈ ਡੋਂਟ। Question: Do you think India will win the game? ਕੀ ਤੁਸੀਂ ਸੋਚਦੇ ਹੋ ਇੰਡੀਆ ਗੇਮ ਜਿੱਤ ਜਾਏਗਾ? ਆਨਸਰ: Yes, I do. ਹਾਂ ਮੈਂ ਸੋਚਦਾ ਹਾਂ। ਜੇ ਨਹੀਂ ਸੋਚਦੇ, No, I don't. ਮੈਂ ਨਹੀਂ ਸੋਚਦਾ। ਠੀਕ ਹੈ, ਇਦਾਂ ਦੇ ਕੁਝ ਕੁਐਸਚਨ ਤੁਸੀਂ ਪੁੱਛ ਸਕਦੇ ਹੋ। ਠੀਕ ਹੈ, ਸੋ ਇੱਥੇ ਹੁਣ ਅਗਲੇ ਟੇਬਲ ਵਿੱਚ ਅਸੀਂ ਕੁਐਸਚਨਸ ਲਿਖਣੇ ਨੇ। ਕੁਐਸਚਨ ਤੁਸੀਂ ਲਿਖ ਸਕਦੇ ਹੋ, Do you think our schools will be opened? Next question: Do you like to join the school again? Third: Do you love to study? Fourth: Do you like to watch movies? Fifth: Do you like to celebrate your birthday? Okay, so ਇਦਾਂ ਦੇ ਕੁਐਸਚਨ ਤੁਸੀਂ ਇੱਕ ਦੂਜੇ ਨੂੰ ਪੁੱਛ ਸਕਦੇ ਹੋ। ਐਕਟੀਵਿਟੀ 9 ਪੇਅਰ ਵਰਕ। ਹੁਣ ਤੁਸੀਂ ਗਰੁੱਪ ਵਿੱਚ ਕੰਮ ਕਰਨਾ ਹੈ। ਵਰਕ ਇਨ ਪੇਅਰਸ, ਜੋੜੇ ਬਣਾ ਕੇ ਐਕਟੀਵਿਟੀ ਕਰੋ। ਆਸਕ ਕੁਐਸਚਨਸ ਅਬਾਊਟ ਦ ਹੌਬੀਜ਼ ਐਂਡ ਇੰਟਰਸਟਸ ਆਫ ਯੋਰ ਪਾਰਟਨਰ। ਹੁਣ ਆਪਣੇ ਪਾਰਟਨਰ ਤੋਂ ਉਹਦੇ ਸ਼ੌਂਕ ਪੁੱਛੋ ਅਤੇ ਉਸ ਦੀਆਂ ਰੁਚੀਆਂ ਬਾਰੇ ਪੁੱਛੋ। ਦੈਨ ਇੰਟਰੋਡਿਊਸ ਯੋਰ ਪਾਰਟਨਰ ਟੂ ਦ ਰੈਸਟ ਆਫ ਦ ਕਲਾਸ। ਉਸ ਤੋਂ ਬਾਅਦ ਆਪਣੇ ਪਾਰਟਨਰ ਨੂੰ ਬਾਕੀ ਦੀ ਕਲਾਸ ਦੇ ਨਾਲ ਵੀ ਜਾਣੂ ਕਰਵਾਓ। ਮੇਕ ਨੋਟਸ ਬਣਾਓ while you are listening to your partner। ਜਦੋਂ ਤੁਹਾਡਾ ਪਾਰਟਨਰ ਕੁਝ ਤੁਹਾਡੇ ਬਾਰੇ ਕਹਿ ਰਿਹਾ ਹੋਵੇ ਤੇ ਉਹਦੇ ਨੋਟਸ ਬਣਾਓ। ਸੋ ਇਹ ਸੀ ਸਾਡਾ ਲੈਸਨ। I hope you definitely enjoy that a lot and also learn a lot. So see you in the next video. Till then, goodbye.